महला पहला। आपे आप उपाय निराला, साचा थान कियो दयाला। पौन पानी अग्नि का बंधन, काया कोट रचाएंदा। नौ घर थापे थापण हार, दसवें वासा अलख अपार। सायर सपत भरे जल निर्मल, गुरमुख मैल ना लाएंदा। राव सस दीपक जोत सबाई, आपे कर वेख वड्याई। जोत स्वरूप सदा सुख दाता, सच्चे शोभा पाएंदा। वाहिगुरु जी का खालसा, वाहिगुरु जी की फतेह। परम सन्मानयोग गुरु रूप साध संगत जी, वडभागे हाँ जो अमृत वेले की सांभ संभाल करदियां होया नींदर आलस आदि का तर्क त्याग करके गुरु चरनां विच पहुँच के आप जी ने गुरु सवारियां तो आशा की वार दे शब्द कीर्तन सरवण करके लाहे प्राप्त किए हैं। सो गुरुदेव आप सारिया संगतां दीयां हाज़रियां तिल फुल सेवावां भेटावां दर प्रवान कर। सबना नूं दरों घरों नामदान गुरसिੱਖੀ जीवन अपने पवित्र चरण कमलों की प्रीत प्रतीत बाणी पढ़न सुनन कंठ करन दा महाराज चाह बख्शिश करन। सो उपरंत लड़ीवार गुरु ग्रंथ साहब के बचनों की जो कथा विचार का सिलसिला निरंतर जारी है। मारू राग अंदर ये गुरु नानक साहब सच्चे पातशाह के पवित्र बचन धन गुरु ग्रंथ साहब जी के पावन पन्ना 1036 ते ये दर्ज हैं जो आप जी ने सरवण किए हैं। सो चूँकि गुरबाणी समझन समझाण का विषय है, भावें मंजिल नहीं, जिस तरह असी तुसी यात्रा करन लगे सड़कों के उत्ते लगे हुए साइन बोर्ड जां मील पत्थर देखने आ, मंजिल की डिस्टेंस दूरी नूं नोटिस करने आ, उस तरह गुरबाणी साडा मार्गदर्शन करती है। साइन बोर्ड का काम करती है, मील पत्थर का काम करती है। खिमा करना ये मंजिल नहीं है, ये मंजिल ते तुरन का रस्ता दसदी है। मंजिलों ते भी वही पहुँचते हैं जिन्होंने अपनी मंजिल बारे ज्ञान हुंदा है, जिहड़े मंजिल वाले पासे तुरदे ने, जिहड़े ज्ञान रखते हैं। लिहाजा गुरबाणी साडा मार्गदर्शन करती है भी इस रूहे जमीन ते जो संसार तो यात्रा शुरू करके निरंकार दे दरबार तक जाना है, उस रस्ते विच भी कुछ औकड़ां ने, स्पीड ब्रेकर ने, काम क्रोध लोभ मोह अहंकार दे,
ਆਸਾ ਤ੍ਰਿਸ਼ਨਾ ਦੀਆਂ ਘਾਟੀਆਂ ਨੇ। ਫਿਰ ਆਨੰਦਗੜ੍ਹ ਰਿਆਸਤ ਦਿਸਦੀ ਹੈ ਔਰ ਯਾਤਰਾ ਮੁੱਕਦੀ ਨਹੀਂ। ਇਸ ਆਨੰਦਗੜ੍ਹ ਰਿਆਸਤ ਵਿੱਚੋਂ ਫਿਰ ਮਹਿਬੂਬ ਦਾ ਨਗਰ ਬੇਗਮਪੁਰਾ, ਔਰ ਫਿਰ ਉਸ ਬੇਗਮਪੁਰੇ ਦੇ ਵਿੱਚੋਂ ਮਹਿਬੂਬ ਦਾ ਚੁਬਾਰਾ, ਔਰ ਫਿਰ ਉਸ ਚੌਬਾਰੇ ਤੇ ਚੜ੍ਹਨ ਵਾਸਤੇ ਸੀੜੀਆਂ, ਧਰਮਖੰਡ, ਗਿਆਨਖੰਡ, ਸ਼ਰਮਖੰਡ, ਕਰਮਖੰਡ, ਤੇ ਫਿਰ ਕਿਤੇ ਜਾ ਕੇ ਸੱਚਖੰਡ ਦਾ ਦਰਵਾਜ਼ਾ ਖੁੱਲ੍ਹਦਾ ਹੈ। ਲਿਹਾਜ਼ਾ ਇਹ ਵੀ ਇੱਕ ਰਸਤਾ ਹੈ। ਔਰ ਗੁਰਬਾਣੀ ਸਾਡਾ ਮਾਰਗਦਰਸ਼ਨ ਕਰਦੀ ਹੈ। ਮੈਂ ਆਪ ਜੀ ਦੇ ਚਰਨਾਂ ਵਿੱਚ ਮੂਲ ਸ਼ਬਦ ਰੱਖਾਂ ਉਸ ਤੋਂ ਪਹਿਲਾਂ ਆਓ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ। ਸਾਰਿਆਂ ਨੂੰ ਬੇਨਤੀ ਹੈ ਵੀ ਆਪ ਜੀ ਇਕਾਗਰਤਾ ਵਿੱਚ ਸਹਿਯੋਗ ਬਖਸ਼ਿਸ਼ ਕਰਿਆ ਕਰੋ, ਕਿਉਂਕਿ ਵੈਸੇ ਤਾਂ ਜਦੋਂ ਦੀਵਾਨ ਚੱਲ ਰਿਹਾ ਹੈ, ਭਾਵੇਂ ਉਹ ਗੁਰਬਾਣੀ ਪਾਠ ਹੈ, ਕੀਰਤਨ ਜਾਂ ਵਿਚਾਰਾਂ ਨੇ, ਇਕਾਗਰਤਾ ਸਾਰਿਆਂ ਵਿੱਚ ਹੀ ਚਾਹੀਦੀ ਹੈ। ਸਤਸੰਗ ਜਦੋਂ ਕੀਰਤਨ ਹੁੰਦਾ ਹੈ ਤੇ ਉਹ ਟੀਮ ਵਰਕ ਹੈ, ਸਾਜ਼ ਵੱਜਦੇ ਨੇ, ਤਿੰਨ ਤਿੰਨ ਜਣੇ ਗਾਉਂਦੇ ਨੇ ਰੂਹ ਵਿੱਚ ਆ ਕੇ, ਥੋੜ੍ਹਾ ਬਹੁਤਾ ਰੌਲਾ ਜਜ਼ਬ ਹੋ ਜਾਂਦਾ ਹੈ। ਪਰ ਵਿਚਾਰ ਵਿੱਚ ਜਿਹੜੀ ਡਿਸਕਸ ਹੈ ਉਹ ਜਜ਼ਬ ਨਹੀਂ ਹੁੰਦੀ। ਡਿਸਕਸ ਕਰੀਏ ਤੇ ਡਿਸਟਰਬੈਂਸ ਹੁੰਦੀ ਹੈ। ਇਸ ਲਈ ਖਾਸ ਕਰਕੇ ਕਥਾ ਵਿਚਾਰ ਦਾ ਜਿਹੜਾ ਅੱਧੇ ਕੁ 35 ਮਿੰਟ 40 ਮਿੰਟ ਦਾ ਸਮਾਂ ਹੈ, ਉਹਦੇ ਵਿੱਚ ਸਹਿਯੋਗ ਆਪਾਂ ਸਾਰੇ ਇੱਕ ਦੂਸਰੇ ਨੂੰ ਦਈਏ। ਆਓ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ। ਇੱਕ ਵਾਰੀ ਸਾਰੇ ਵਾਹਿਗੁਰੂ ਗੁਰਮੰਤਰ ਦਾ ਰਟਨ ਕਰੀਏ ਪਿਆਰ ਨਾਲ, ਇਕੱਠੇ ਹੋ ਕੇ ਆਖੋ ਜੀ, ਸਤਨਾਮ ਸ੍ਰੀ। ਫਿਰ ਆਖੋ ਜੀ, ਸਤਨਾਮ ਸ੍ਰੀ। ਹਾਰਦਿਕ ਧੰਨਵਾਦ। ਪਹਿਲੇ ਪਦੇ ਦੀ ਔਰ ਦੂਸਰੇ ਪਦੇ ਦੇ ਕੁਝ ਬਚਨਾਂ ਦੀ ਵਿਚਾਰ ਆਪ ਜੀ ਨਾਲ ਕੀਤੀ ਸੀ, ਔਰ ਇੱਕ ਪੰਕਤੀ ਜਿਹੜੀ ਰਹਿ ਗਈ ਸੀ ਉਹ ਸੀ, ਸਾਇਰ ਸਪਤ ਭਰੇ ਜਲ ਨਿਰਮਲ, ਗੁਰਮੁਖ ਮੈਲ ਨਾ ਲਾਏਂਦਾ। ਆਮ ਤੌਰ ਤੇ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਨੇ ਉਹਨਾਂ ਨੂੰ ਤੇ ਮੈਲ ਲੱਗਦੀ ਹੈ, ਪਰ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਤੁਰਦੇ ਨੇ, ਗੁਰੂ ਦੀ ਆਗਿਆ ਦਾ ਪਾਲਣ ਕਰਦੇ ਨੇ, ਉਸ ਦੇ ਸਾਇਰ ਸਪਤ ਭਰੇ ਜਲ ਨਿਰਮਲ। ਪੰਜ ਗਿਆਨ ਇੰਦਰੇ, ਮਨ ਤੇ ਬੁੱਧੀ, ਇਹ ਸੱਤ ਦੇ ਸੱਤ ਹੀ ਨਾਮ ਅੰਮ੍ਰਿਤ ਦੇ ਨਾਲ ਭਰੇ ਹੁੰਦੇ ਨੇ। ਲਿਹਾਜ਼ਾ ਇਸ ਦੇ ਜਿਹੜੇ ਇੰਦਰੇ ਨੇ ਉਹਨਾਂ ਨੂੰ ਕੋਈ ਮੈਲ ਨਹੀਂ ਲੱਗਦੀ। ਹੁਣ ਇਹਨੂੰ ਥੋੜ੍ਹਾ ਜਿਹਾ ਸਮਝ ਲਈਏ, ਫਿਰ ਬੇਨਤੀ ਕਰਦੇ ਹਾਂ ਵੀ ਇਕਾਗਰਤਾ ਬਖਸ਼ਿਸ਼ ਕਰੋ। ਅਸੀਂ ਤੁਸੀਂ ਵਸਤਰ ਪਾਉਂਦੇ ਹਾਂ, ਸਾਡਾ ਪ੍ਰਯੋਜਨ ਇਹ ਉੱਕਾ ਨਹੀਂ ਹੁੰਦਾ ਵੀ ਸਾਡੇ ਕੱਪੜੇ ਗੰਦੇ ਹੋਣ, ਸਗੋਂ ਅਸੀਂ ਬਚ ਕੇ ਨਿਕਲਨੇ ਆ। ਤੁਹਾਡੇ ਇੱਥੇ ਤੇ ਵਾਤਾਵਰਨ ਹੋਰ ਹੈ, ਪਰ ਆਮ ਤੌਰ ਤੇ ਧਰਤੀ ਦੇ ਜਿਨ੍ਹਾਂ ਖਿੱਤਿਆਂ ਤੇ ਗਰਮੀ ਜ਼ਿਆਦਾ ਹੈ, ਉੱਥੇ ਇੱਕ ਦਿਨ ਤੋਂ ਜ਼ਿਆਦਾ ਕੱਪੜੇ ਨਹੀਂ ਪਾਏ ਜਾਂਦੇ, ਗੰਦੇ ਹੋ ਜਾਂਦੇ ਨੇ, ਡਸਟ ਉੱਡਦੀ ਹੈ, ਪਸੀਨਾ ਆਉਂਦਾ ਹੈ। ਹੁਣ ਉਹ ਕੱਪੜੇ ਜਿਹੜੇ ਅਸੀਂ ਪਾਉਂਦੇ ਹਾਂ, ਬਸਤਰ ਪਾਉਂਦੇ ਹਾਂ, ਸਵੇਰੇ ਪਾਉਂਦੇ ਹਾਂ, ਸ਼ਾਮ ਤੱਕ ਗੰਦੇ ਹੋ ਜਾਂਦੇ ਨੇ। ਅਸੀਂ ਕਰਨੇ ਨਹੀਂ ਚਾਹੁੰਦੇ, ਕੁਝ ਤਨ ਦੇ ਨਾਲੋਂ ਪਸੀਨਾ ਆਦਿਕ ਲੱਗਦਾ ਹੈ, ਔਰ ਕੁਝ ਬਾਹਰੋਂ ਜਿਹੜੀ ਡਸਟ ਹੈ ਉਹ ਸਾਡੇ ਉਹਨਾਂ ਕੱਪੜਿਆਂ ਨੂੰ, ਬਸਤਰਾਂ ਨੂੰ ਮਲੀਨ ਕਰ ਦਿੰਦੀ ਹੈ। ਬਾਇਨ ਇਸੇ ਤਰ੍ਹਾਂ ਮੱਤ ਦੇ ਉੱਤੇ ਜਿਹੜੀ ਮੈਲ ਲੱਗਦੀ ਏ, ਉਹ ਕੁਝ ਅੰਦਰ ਗਲਤ ਫੁਰਨੇ ਚੱਲਦੇ ਨੇ, ਔਰ ਕੁਝ ਬਾਹਰੋਂ ਕੰਨਾਂ ਨਾਲ ਉਹ ਸੁਣ ਲਿਆ ਜੋ ਨਹੀਂ ਸੀ ਸੁਣਨਾ ਚਾਹੀਦਾ, ਅੱਖਾਂ ਨਾਲ ਉਹ ਵੇਖ ਲਿਆ ਜੋ ਵੇਖਣਾ ਨਹੀਂ ਸੀ ਚਾਹੀਦਾ, ਉਹ ਚੱਖ ਲਿਆ ਜੋ ਨਹੀਂ ਸੀ ਚੱਖਣਾ ਚਾਹੀਦਾ, ਉੱਥੇ ਚਲੇ ਗਏ ਜਿੱਥੇ ਨਹੀਂ ਸੀ ਜਾਣਾ ਚਾਹੀਦਾ। ਲਿਹਾਜ਼ਾ
ਮੱਤ ਦੇ ਉੱਤੇ ਵੀ ਆਹਿਸਤਾ ਆਹਿਸਤਾ ਸਹਿਜੇ ਸਹਿਜੇ ਹੌਲੀ ਹੌਲੀ ਮੈਲ ਲੱਗਦੀ ਰਹਿੰਦੀ ਹੈ। ਹੁਣ ਬਸਤਰਾਂ ਨੂੰ ਧੋਣ ਵਾਸਤੇ ਸਾਡੇ ਕੋਲ ਬੜਾ ਸੋਹਣਾ ਤਰੀਕਾ ਹੈ ਵੀ ਇੱਕ ਦਿਨ ਬਸਤਰ ਪਾਓ, ਸ਼ਾਮ ਨੂੰ ਉਤਾਰ ਦਿਓ ਔਰ ਫਿਰ ਉਹਨਾਂ ਨੂੰ ਵਾਸ਼ਿੰਗ ਮਸ਼ੀਨ 'ਚ ਪਾ ਕੇ ਟਾਈਮ ਸੈੱਟ ਕਰ ਦਿਓ, ਸਰਫ ਪਾ ਦਿਓ, ਪਾਣੀ ਪਾ ਦਿਓ, ਉਹ ਧੋ ਦਿੰਦੀਆਂ ਨੇ, ਆਟੋਮੈਟਿਕ ਮਸ਼ੀਨਾਂ ਨੇ। ਪਰ ਹੁਣ ਕੋਈ ਵਿਅਕਤੀ ਪੂਰਾ ਮਹੀਨਾ ਬਸਤਰ ਉਤਾਰੇ ਹੀ ਨਾ ਤੇ ਫਿਰ ਕਵੇ ਵੀ ਇਹ ਤੇ ਮਸ਼ੀਨ ਕੰਮ ਨਹੀਂ ਕਰਦੀ, ਇਹ ਤੇ ਸਰਫ ਅੱਛੀ ਨਹੀਂ, ਤੇ ਉਹਦੇ ਵਿੱਚ ਨਾ ਸਰਫ ਗਿਲਟੀ ਹੈ ਨਾ ਮਸ਼ੀਨ ਗਿਲਟੀ ਹੈ। ਫਿਰ ਤੁਹਾਨੂੰ ਉਹ ਮਸ਼ੀਨ ਰੋਕ ਕੇ ਉਹਨਾਂ ਬਸਤਰਾਂ ਨੂੰ ਰਗੜਨਾ ਪਏਗਾ ਬਰਸ਼ ਆਦਿਕ ਨਾਲ, ਨਹੀਂ ਤੇ ਮੈਲ ਨਹੀਂ ਨਿਕਲੇਗੀ। ਜਿਤਨੀ ਮਰਜ਼ੀ ਮੈਲ ਲੱਗ ਜਾਏ, ਇੱਕ ਦਿਨ ਬਸਤਰ ਪਾ ਕੇ ਉਤਾਰ ਦਈਏ ਤੇ ਮਸ਼ੀਨ ਉਹਨਾਂ ਨੂੰ ਵਾਸ਼ ਕਰ ਦਿੰਦੀ ਹੈ, ਪਰ ਜ਼ਿਆਦਾ ਦਿਨ ਪਾ ਕੇ ਰੱਖੀਏ ਫਿਰ ਨਹੀਂ ਗੱਲ ਬਣਦੀ। ਸੁਭਾਵਕ ਸਾਡੀ ਮੱਤ ਦੇ ਉੱਤੇ ਮੈਲ ਤੇ ਲੱਗਦੀ ਏ, ਪਰ ਜੇ ਕਿਤੇ ਨਾਲ ਦੀ ਨਾਲ ਸਾਧ ਸੰਗਤ ਰੂਪੀ ਵਾਸ਼ਿੰਗ ਮਸ਼ੀਨ ਵਿੱਚ ਆਪਣੇ ਆਪ ਨੂੰ ਟਿਕਾ ਦਈਏ ਅੱਧਾ ਘੰਟਾ, ਪੌਣਾ ਘੰਟਾ, ਜਿਸ ਤਰ੍ਹਾਂ ਆਪ ਪਿਆਰ ਵਾਲੀਆਂ ਰੂਹਾਂ ਟਿਕੇ ਹੋਏ ਹੋ, ਤੇ ਜਿਤਨੀ ਕੁ ਮੈਲ ਲੱਗੀ ਏ ਉਤਨੀ ਕੁ ਨਾਲ ਦੀ ਨਾਲ ਉਤਰਦੀ ਜਾਂਦੀ ਹੈ। ਚੁਨਾਂਚੇ ਹਜ਼ੂਰ ਇਹ ਬਚਨ ਸਾਨੂੰ ਰੋਜ਼ ਚੇਤਾ ਕਰਾਉਂਦੇ ਨੇ, ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸ ਖੇ। ਸਾਧਾਰਨ ਤੌਰ ਤੇ ਹੱਥਾਂ ਪੈਰਾਂ ਨੂੰ ਮਿੱਟੀ ਘੱਟਾ ਲੱਗ ਗਿਆ, ਡਸਟ ਲੱਗ ਗਈ ਏ, ਤੁਸੀਂ ਪਾਣੀ ਦੇ ਨਾਲ ਧੋ ਲਓ, ਮਿੱਟੀ ਉਤਰ ਜਾਏਗੀ। ਪਰ ਜੇ ਕਿਤੇ ਛੋਟੇ ਬੱਚੇ ਨੇ ਆਪਣੇ ਬਸਤਰਾਂ 'ਚ ਹਾਜਤ ਕਰ ਦਿੱਤੀ ਏ, ਯੂਰਨ ਡਿਸਚਾਰਜ ਕਰ ਦਿੱਤਾ ਹੈ, ਡਸਟ ਡਿਸਚਾਰਜ ਕਰ ਦਿੱਤੀ ਏ, ਤਾਂ ਹੁਣ ਕੱਲਾ ਪਾਣੀ ਕੁਛ ਨਹੀਂ ਕਰੇਗਾ। ਮੂਤ ਪਲੀਤੀ ਕੱਪੜ ਹੋਏ, ਹੁਣ ਕੱਪੜੇ ਬਸਤਰ ਪਲੀਤ ਹੋ ਗਏ ਨੇ, ਗੰਦੇ ਨਹੀਂ ਹੋਏ। ਦੇ ਸਾਬੂਨ ਲਈਏ ਉਹ ਧੋਏ। ਦੋ ਐਗਜ਼ੈਂਪਲ, ਦੋ ਉਦਾਹਰਨਾਂ ਦੇ ਕੇ ਫਿਰ ਹਜ਼ੂਰ ਗੁਰੂ ਨਾਨਕ ਸਾਹਿਬ ਨੁਕਤੇ ਤੇ ਆਉਂਦੇ ਨੇ ਤੇ ਕਹਿੰਦੇ ਨੇ, ਠੀਕ ਇਸੇ ਤਰ੍ਹਾਂ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਜਦੋਂ ਮੱਤ ਦੇ ਉੱਤੇ ਮੈਲ ਲੱਗਦੀ ਏ ਤੇ ਇਹਨੂੰ ਕੋਈ ਪਾਣੀ ਨਹੀਂ ਧੋ ਸਕਦਾ, ਨਾ ਗੰਗਾ ਦਾ, ਨਾ ਯਮਨਾ ਦਾ, ਨਾ ਕਿਸੇ ਹੋਰ ਸਰੋਵਰ ਦਾ, ਮੈਨੂੰ ਖਿਮਾ ਕਰ ਦੇਣਾ। ਇਹਨੂੰ ਫਿਰ ਨਾਮ ਜਲ ਨਾਲ ਧੋਤਾ ਜਾ ਸਕਦਾ ਹੈ। ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਔਰ ਬਿਨ ਸੰਗਤ ਮੈਲ ਪ੍ਰੀਜੈ ਜੀਓ। ਇਸ ਵਾਸਤੇ ਇੱਕ ਵਾਰੀ ਤੁਸੀਂ ਵੀ ਬੇਨਤੀ ਮੰਨ ਕੇ ਰਸਨਾ ਪਵਿੱਤਰ ਕਰੋ ਤੇ ਆਖੋ, ਭਰੀਐ ਮਤ ਪਾਪਾਂ ਕੈ ਸੰਗ, ਭਰੀਐ ਮਤ ਪਾਪਾਂ ਕੈ ਸੰਗ, ਭਰੀਐ। ਜਦੋਂ ਵੀ ਕਦੀ ਕੋਈ ਬਿਧ ਬਣੇ ਨਾ ਪ੍ਰੇਮੀਓ, ਇਸ ਤਰ੍ਹਾਂ ਸੰਗਤ ਵਿੱਚ ਬਾਣੀ ਗਾਇਨ ਕਰਨ ਦਾ ਅਵਸਰ ਪ੍ਰਾਪਤ ਹੋਵੇ, ਕਦੀ ਚੱਕੋ ਨਾ, ਖੁੱਲ੍ਹ ਕੇ ਉਹਦੀ ਬਖਸ਼ਿਸ਼ ਦੇ ਪਾਤਰ ਬਣੋ। ਇਹ ਸਾਡੇ ਤੁਹਾਡੇ ਅਕਾਊਂਟ ਵਿੱਚ ਇਹ ਜਮ੍ਹਾਂ ਹੋ ਜਾਂਦਾ ਹੈ। ਇਸ ਲਈ ਲਗਾਤਾਰ ਇੱਕ ਮਹੀਨਾ ਸੇਵਾਵਾਂ ਨਿਭਾਉਣੀਆਂ ਨੇ, ਇੱਕ ਦੂਜੇ ਨੂੰ ਥੋੜ੍ਹਾ ਜਿਹਾ ਸਮਝ ਲਈਏ। ਇਹ ਸ਼ਬਦ ਜ਼ਿਹਨ ਵਿੱਚ ਬਿਠਾਉਣ ਲਈ, ਗੱਲ ਨੂੰ ਚੰਗੀ ਤਰ੍ਹਾਂ ਨਿੱਠ ਕੇ ਸਮਝਣ ਲਈ ਇਹ ਬੜਾ ਜ਼ਰੂਰੀ ਹੁੰਦਾ ਹੈ ਵੀ ਵਕਤੇ ਦਾ ਤੇ ਸਰੋਤਿਆਂ ਦਾ ਪਰਸਪਰ ਤਾਲਮੇਲ ਬਣ ਜਾਏ, ਤਾਂ ਬਾਣੀ ਦੇ ਮਾਧਿਅਮ ਨਾਲ ਹੀ ਬਣ ਸਕਦਾ ਹੈ। ਇਸ ਲਈ ਆਪਣੀ ਵਾਰੀ ਨਾਲ ਸਾਰੇ ਜ਼ਰੂਰ ਆਖਿਆ ਕਰੋ, ਭਰੀਐ ਮਤ ਪਾਪਾਂ ਕੈ ਸੰਗ, ਭਰੀਐ ਮਤ ਪਾਪਾਂ ਕੈ ਸੰਗ, ਭਰੀਐ। ਸਾਰੇ ਕਿਰਪਾ ਕਰੋ। ਭਰੀਐ ਮਤ ਪਾਪਾਂ ਕੈ ਸੰਗ, ਭਰੀਐ ਮਤ ਪਾਪਾਂ ਕੈ ਸੰਗ, ਭਰੀਐ। ਓ ਧੋਪੈ ਨਾਵੈ ਕੈ ਰੰਗ, ਓ ਧੋਪੈ ਨਾਵੈ ਕੈ ਰੰਗ।
जी ओ तो पहनावे कै रंग, ओ तो पहनावे कै रंग, ओ तो ਮਤ ਦੇ ਉੱਤੇ ਜਿਹੜੀ ਮੈਲ ਲੱਗਦੀ ਏ, ਇੰਦਰੀਆਂ ਨੂੰ ਜਿਹੜੀ ਮੈਲ ਲੱਗਦੀ ਏ, ਰੂਹੇ ਜ਼ਮੀਨ ਤੇ ਕੋਈ ਪਾਣੀ ਨਹੀਂਗਾ ਜਿਹੜਾ ਉਹਨਾਂ ਨੂੰ ਸਾਫ਼ ਕਰ ਸਕੇ। ਇਸ ਨੂੰ ਨਾਮ ਜਲ ਨਾਲ ਧੋਤਾ ਜਾ ਸਕਦਾ ਹੈ। ਇਸ ਲਈ ਹਜ਼ੂਰ ਕਹਿੰਦੇ ਨੇ ਸਾਇਰ ਸਪਤ ਭਰੇ ਜਲ ਨਿਰਮਲ। ਕਈਆਂ ਤੇ ਮੇਰੇ ਵਰਗੀਆਂ ਦੇ ਅੱਖਾਂ ਦੇ ਵਿੱਚ ਹਰ ਵਕਤ ਨੀਂਦ ਨਾਲ ਹੀ ਭਰੀਆਂ ਰਹਿੰਦੀਆਂ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕੁਆਓ, ਹਰ ਵੇਲੇ ਸੁੱਤੇ ਹੀ ਰਹਿਣਾ। ਔਰ ਇਹ ਕਸਤੂਰੀ ਨਾਮ ਦੀ ਸੂਰਜ ਦੀ ਰੋਸ਼ਨੀ ਵਿੱਚ ਨਹੀਂ, ਇਹ ਤਾਰਿਆਂ ਦੀ ਛਾਵੇਂ ਵੰਡੀ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਕਿ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ। ਅੱਜ ਕੌਮ ਵਿੱਚੋਂ ਅੰਮ੍ਰਿਤ ਵੇਲਾ ਲਗਭਗ ਨਦਾਰਦ ਹੋ ਗਿਆ। ਵਿਰਲੀਆਂ ਵਿਰਲੀਆਂ ਤੁਹਾਡੇ ਵਰਗੀਆਂ ਰੂਹਾਂ ਦੀਦਾਰ ਹੁੰਦੇ ਨੇ, ਵਰਨਾ ਗੁਰਦੁਆਰੇ ਭਾਂ ਕਰਦੇ ਨੇ। ਅੱਛਾ, ਹੁੰਦਾ ਕੀ ਇਹ ਕੋਈ ਤਰਕ ਕਰੇ ਵਿਗਿਆਨੀ ਜੀ, ਘੰਟਾ 2 ਘੰਟੇ 3 ਘੰਟੇ ਅਟਕ ਕੇ ਉੱਠ ਜਾਈਏ, ਬਾਣੀ ਪੜ੍ਹ ਲਈਏ, ਸਿਮਰਨ ਕਰ ਲਈ, ਹਰਜ ਕੀ ਹੈ? ਕੋਈ ਹਰਜ ਨਹੀਂ ਹੈ, ਬੜਾ ਸ਼ਲਾਘਾਯੋਗ ਉੱਦਮ ਹੈ। ਪਰ ਜਿਹੜੀ ਬਾਤ ਅੰਮ੍ਰਿਤ ਵੇਲੇ ਬਣਦੀ ਹੈ ਉਹ ਬਾਅਦ ਵਿੱਚ ਨਹੀਂ ਬਣੇਗੀ। ਕਿਉਂ ਨਹੀਂ ਬਣੇਗੀ ਜੀ? ਤਾਂ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਜਦੋਂ ਪਹਿਲਾ ਪੈਰ ਲੰਘ ਜਾਏ, ਅੰਮ੍ਰਿਤ ਵੇਲਾ ਲੰਘ ਜਾਏ, ਉਹ ਕਿਹੜਾ ਹੈ? ਉਸ ਵੇਲੇ ਦੇ ਵਿੱਚ ਮਹਾਰਾਜ ਉਹਨਾਂ ਗੁਰਮੁਖਾਂ ਨੂੰ ਸ਼ਾਹ ਕਹਿੰਦੇ ਨੇ ਜਿਹੜੇ ਆਲਸ ਨਾਲ ਯੁੱਧ ਕਰਕੇ ਤੇ ਜਿੱਤ ਜਾਂਦੇ ਨੇ। ਸਹੀ ਪੂਰੇ ਸ਼ਾਹ ਵਖਤ ਹੈ ਉੱਪਰ ਲੜ ਮੂਏ। ਅੰਮ੍ਰਿਤ ਵੇਲੇ ਕਿਹਦੇ ਨਾਲ ਲੜਨਾ ਹੈ ਪ੍ਰੇਮੀਓ? ਆਲਸ ਨਾਲ ਲੜਨਾ ਹੈ, ਸੁਸਤੀ ਨਾਲ ਲੜਨਾ ਹੈ। ਇੱਕ ਝਟਕੇ ਨਾਲ ਬਲੈਂਕਟ ਪਾਸੇ ਕਰ ਦੇਣਾ ਔਰ ਉੱਠ ਕੇ ਖੜੇ ਹੋ ਜਾਣਾ ਹੈ। ਅੱਛਾ, ਜੇ ਇਹ ਵਕਤ ਖੁੰਝ ਜਾਏ ਫਾਰ ਐਗਜ਼ਾਮਪਲ, ਫਿਰ ਕੀ ਹੁੰਦਾ ਹੈ? ਤਾਂ ਹਜ਼ੂਰ ਕਹਿੰਦੇ ਨੇ ਦੂਜਾ ਹੈ ਬਹੁਤੇਰਾ। ਸੁਰਤ ਵਿੱਚ ਨਾ ਕਈ ਪ੍ਰਕਾਰ ਦੇ ਰਸਤੇ ਚੱਲ ਪੈਂਦੇ ਨੇ। ਅੰਮ੍ਰਿਤ ਵੇਲਾ ਸਭ ਸੁੱਤੇ ਹੋਏ ਨੇ, ਪਰਿਵਾਰਕ ਮੈਂਬਰ ਵੀ ਸੁੱਤੇ ਹੋਏ ਨੇ, ਤੁਹਾਨੂੰ ਕੋਈ ਡਿਸਟਰਬ ਨਹੀਂ ਕਰਦਾ। ਤੁਸੀਂ ਜਾਓ, ਇਸ਼ਨਾਨ ਕਰੋ, ਚਾਹ ਦਾ ਕੱਪ ਲੈਣਾ ਲਵੋ, ਚੌਂਕੜਾ ਮਾਰ ਕੇ ਬੈਠੋ, ਆਨੰਦ ਲਵੋ। ਪਰ ਜਿਵੇਂ ਹੀ ਥੋੜ੍ਹਾ ਜਿਹਾ ਸਮਾਂ ਲੰਘ ਗਿਆ, ਸਾਰੇ ਉੱਠ ਬੈਠੇ। ਕਿਸੇ ਨੇ ਟਿਫਨ ਮੰਗਣਾ ਹੈ, ਕਿਸੇ ਨੇ ਬ੍ਰੇਕਫਾਸਟ ਮੰਗਣਾ ਹੈ, ਕਿਸੇ ਨੇ ਕਹਿਣਾ ਮੇਰੇ ਸ਼ੌਕਸ ਕਿੱਥੇ ਨੇ, ਕਿਸੇ ਨੇ ਕਹਿਣਾ ਮੇਰੀ ਟਾਈ ਕਿੱਥੇ ਹੈ। ਆਲਿਓਂ ਦੁਆਲਿਓਂ ਖੜਾਕ ਹੋਵੇਗਾ, ਸੁਰਤ ਕਈ ਪਾਸੇ ਜਾਏਗੀ। ਦੂਜਾ ਹੈ ਬਹੁਤੇਰਾ, ਧੰਨ ਗੁਰੂ ਗ੍ਰੰਥ ਸਾਹਿਬ। ਜਦੋਂ ਦੂਜਾ ਪੈਰ ਸ਼ੁਰੂ ਹੋ ਜਾਏਗਾ, ਅੰਮ੍ਰਿਤ ਵੇਲੇ ਤੋਂ ਅਗਲਾ ਪੈਰ ਸ਼ੁਰੂ ਹੋ ਜਾਏਗਾ, ਮਨ ਦੇ ਕਈ ਰਸਤੇ ਬਣ ਜਾਣਗੇ। ਮਨ ਖਿੰਡ ਜਾਏਗਾ, ਮਨ ਇਕਾਗਰ ਨਹੀਂ ਹੋਵੇਗਾ। ਬਹੁਤੇਰਾ ਮੈਨੇ ਕਈਆਂ ਰਸਤਿਆਂ ਵੱਲ ਮਨ ਭਟਕੇਗਾ। ਮਨ ਕੀਆਂ ਮਤੀ ਖਿੰਡੀਆਂ, ਬਹੁਤ ਪਏ ਅਸਗਾਹ ਗੋਤੇ ਖਾਏ ਨਾ ਨਿਕਲੇ। ਇਸ ਤਰ੍ਹਾਂ ਹੁੰਦਾ ਹੈ ਜਿਹੜੀ ਸੁਰਤ ਹੈ, ਜਿਵੇਂ ਕੋਈ ਅਣਤਾਰੂ ਬੰਦਾ ਪਾਣੀ 'ਚ ਗੋਤੇ ਖਾਂਦਾ ਨਾ, ਡੂੰਘਾ ਚਲਾ ਜਾਂਦਾ ਹੈ। ਇਸ ਤਰ੍ਹਾਂ ਸੁਰਤ ਕਈਆਂ ਪਾਸਿਆਂ ਵਿੱਚ, ਸਟ੍ਰੈਸ ਵਿੱਚ, ਚਿੰਤਾ ਵਿੱਚ, ਝੋਰਿਆਂ ਵਿੱਚ ਰੁੱਝ ਜਾਂਦੀ ਏ। ਫਿਰ ਮਨ ਟਿਕਦਾ ਨਹੀਂਗਾ, ਅੰਮ੍ਰਿਤ ਵੇਲੇ ਟਿਕ ਜਾਂਦਾ। ਅੱਛਾ, ਜੇ ਇਹ ਵੇਲਾ ਵੀ ਲੰਘ ਜਾਏ ਫਿਰ ਕੀ ਹੁੰਦਾ? ਇਦੋਂ ਥੋੜ੍ਹਾ ਜਿਹਾ ਅੱਗੇ ਚਲੇ ਜਾਈਏ, ਫਿਰ ਅੰਦਰ ਭੁੱਖ ਵੀ ਲੱਗਦੀ ਹੈ, ਪਿਆਸ ਵੀ ਲੱਗਦੀ ਹੈ। ਮਹਾਰਾਜ ਕਹਿੰਦੇ ਅੰਦਰੋਂ ਭੁੱਖ ਤੇ ਪਿਆਸ ਫਿਰ ਆਵਾਜ਼ਾਂ ਮਾਰਦੇ ਨੇ। ਤੀਜਾ ਮੂੰਹੀ ਗਿਰਾਹ, ਭੁੱਖ ਤਿੱਖਾ ਦੋਏ ਭੌਂਕੀਆਂ। ਅੰਦਰੋਂ ਭੁੱਖ ਤੇ ਪਿਆਸ ਬੋਲੀਆਂ ਵੀ ਕੁਛ ਲਿਆ, ਫਿਰ ਉਹਨਾਂ ਨੂੰ ਲਿਆ ਕੇ ਦਿੱਤਾ। ਉਹਦਾ ਨਾਮ ਅਸੀਂ ਬ੍ਰੇਕਫਾਸਟ ਰੱਖਿਆ, ਬਰੰਚ ਰੱਖਿਆ। ਅੱਛਾ, ਗਜ਼ਬ ਦੀ ਗੱਲ ਇਹ ਹੈ ਵੀ ਜੋ ਦਿੱਤਾ ਸੀ ਉਹ ਖਾ ਲਿਆ, ਮੈਦੇ ਨੇ ਉਹਨੂੰ ਡਸਟ ਬਣਾ ਦਿੱਤਾ। ਖਾਧਾ ਹੋਏ ਸਵਾਹ, ਪੀ ਖਾਣੇ ਸਿਓ ਦੋਸਤੀ। ਹੁਣ ਲੰਚ ਲਿਆਓ, ਹੁਣ ਲਿਆਓ ਚਾਹ, ਹੁਣ ਲਿਆਓ ਕੌਫੀ, ਬਿਸਕੁਟ ਲੈ ਆਓ, ਨਮਕੀਨ ਲੈ ਆਓ, ਹੁਣ ਡਿਨਰ ਲੈ ਆਓ। ਮੈਂ ਚੱਲਿਆ ਵਾਂ ਬੈਡਰੂਮ ਤੇ ਮੈਨੂੰ ਇੱਕ ਗਲਾਸ ਦੁੱਧ ਦਾ ਵੀ ਦੇ ਦਿਆ ਜੀ। ਇਹਨੂੰ ਫਿਰ ਹਜ਼ੂਰ ਕਹਿੰਦੇ ਨੇ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਔਰ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਚਾਰ ਪੈਰ ਸੌਂ ਕੇ ਗੁਜ਼ਰ ਗਏ, ਚਾਰ ਪੈਰ ਖਾ ਖਾ ਕੇ ਗੁਜ਼ਰ ਗਏ,
ਔਰ ਜਿਹੜਾ ਕੰਮ ਕਰਨ ਆਇਆ ਸੀ ਉਹ ਤੇ ਤੂੰ ਸ਼ੁਰੂ ਵੀ ਕੋਈ ਨਹੀਂ ਕੀਤਾ, ਲਿਹਾਜ਼ਾ ਅਸਫਲ। ਹਜ਼ੂਰ ਬਾਣੀ ਵਿੱਚ ਇਹ ਵੀ ਫਰਮਾਨ ਕਰਦੇ ਨੇ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛੇ ਪਛਤਾਹੇ ਰੇ। ਇਸ ਲਈ ਪ੍ਰੇਮੀਓ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲੇ ਭਗਤ ਹੋਏ। ਕਿਸੇ ਵੇਲੇ ਵੀ ਭਗਤੀ ਕਰੋ, ਚੰਗੀ ਗੱਲ ਹੈ, ਪਰ ਜ਼ਿਆਦਾਤਰ ਆਪਾਂ ਸਾਰੇ ਕਿਸਾਨੀ ਨਾਲ ਜੁੜੇ ਹੋਏ ਹਾਂ। ਤੁਹਾਨੂੰ ਪਤਾ ਜੇ ਵੱਤਰ ਖੁਸ਼ਕ ਹੋ ਜਾਏ ਨਾ ਤੇ ਫਿਰ ਮਣ ਦੀ ਥਾਂ ਤੇ 1.5 ਮਣ ਬੀਜ ਵੀ ਪਾਣਾ ਪੈਂਦਾ, ਤੇ ਜੇ ਵੱਤਰ ਸਹੀ ਹੈ ਨਾ ਤੇ ਮਣ ਹੀ ਕਾਫੀ ਹੈ। ਤੇ ਵੱਤਰ ਹੁੰਦਾ ਹੈ ਅੰਮ੍ਰਿਤ ਵੇਲਾ। ਹੁਣ ਵੱਤਾ ਹੈ, ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਇਸ ਲਈ ਵੀ ਜ਼ਰੂਰੀ ਹੈ। ਸ਼ਾਇਰ ਸਪਤ ਭਰੇ ਜਲ ਭੀਤਰ, ਗੁਰਮੁਖ ਮੈਲ ਨਾ ਲਾਏਂਦਾ। ਜਿਹੜੇ ਗੁਰੂ ਦੇ ਸਨਮੁਖ ਨੇ ਪ੍ਰੇਮੀਓ, ਉਹ ਆਪਣੇ ਜਿਹੜੇ ਗਿਆਨ ਇੰਦਰੇ ਨੇ ਉਹਨਾਂ ਦਾ ਸਦਉਪਯੋਗ ਕਰਦੇ ਨੇ। ਨੇਤਰਾਂ ਨਾਲ ਗੁਰੂ ਦੇ ਦੀਦਾਰ ਕਰਦੇ ਨੇ, ਕੰਨਾਂ ਨਾਲ ਗੁਰੂ ਦੀ ਬਾਣੀ ਸੁਣਦੇ ਨੇ, ਪੈਰਾਂ ਨਾਲ ਚੱਲ ਕੇ ਗੁਰਦੁਆਰੇ ਆਉਂਦੇ ਨੇ, ਹੱਥਾਂ ਨਾਲ ਸੇਵਾ ਕਰਦੇ ਨੇ। ਲਿਹਾਜ਼ਾ ਉਹਨਾਂ ਦੇ ਇਹ ਗਿਆਨ ਇੰਦਰੇ, ਉਹਨਾਂ ਦਾ ਮਨ, ਉਹਨਾਂ ਦੀ ਬੁੱਧੀ ਸਾਰੀ ਅੰਮ੍ਰਿਤ ਜਲ ਨਾਲ ਭਰੀ ਹੁੰਦੀ ਏ। ਔਰ ਜਿਹੜੇ ਖੁੰਝ ਜਾਂਦੇ ਨੇ ਉਹਨਾਂ ਦੇ ਵਿਕਾਰਾਂ ਦੀ ਮੈਲ ਨਾਲ ਭਰੇ ਹੁੰਦੇ ਨੇ। ਇਸ ਵਾਸਤੇ ਮੈਂ ਸੰਗਤ ਵਿੱਚ ਜੁੜਨ ਵਾਲੇ ਪ੍ਰੇਮੀਆਂ ਨੂੰ ਹੌਸਲਾ ਅਫਜ਼ਾਈ ਕਰਨ ਵਾਸਤੇ ਬੇਨਤੀ ਕਰਨਾ ਹੁੰਨਾ ਕਿ ਪ੍ਰੇਮੀਓ, ਇਹ ਇੱਕ ਨਿਸ਼ਾਨੀ ਹੈ। ਕੋਈ ਬੰਦਾ ਸੰਗਤ ਵਿੱਚ ਜੁੜਦਾ ਹੈ ਤੇ ਸਮਝ ਲਓ ਵੀ ਸਤਿਗੁਰੂ ਜੀ ਦੀ ਅਪਾਰ ਮਿਹਰਾਮਤ ਹੈ। ਕੋਈ 5, 10, 20, 50 ਡਾਲਰ ਦੀ ਲੋਟਰੀ ਲੈ ਲੈ, ਉਹਦੀ ਨਿਕਲ ਆਵੇ, ਅਸੀਂ ਕਹਿੰਦੇ ਬੜਾ ਲੱਕੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਲੱਕੀ ਉਹ ਹੈ ਜਿਹੜਾ ਗੁਰੂ ਕੀ ਸੰਗਤ ਵਿੱਚ ਬੈਠਦਾ ਹੈ, ਕਿਉਂਕਿ ਉਹ ਲੋਕ ਦੇ ਨਾਲ ਨਾਲ ਆਪਣਾ ਪ੍ਰਲੋਕ ਵੀ ਸਵਾਰ ਰਿਹਾ ਹੈ। ਤੋ ਮੈਂ ਫਿਰ ਅਗਲੀ ਪੰਕਤੀ ਵੱਲ ਧਿਆਨ ਦਿਵਾਵਾਂ। ਗੁਰਮੁਖ ਮੈਲ ਨਾ ਲਾਏਂਦਾ, ਰਵ ਸਸ ਦੀਪਕ ਜੋਤ ਸਬਾਈ। ਇਹ ਜਿਹੜਾ ਰਵ ਹੈ ਔਰ ਸਸ ਹੈ, ਸੂਰਜ ਹੈ ਔਰ ਚੰਦਰਮਾ ਹੈ, ਇਹ ਸਾਰਿਆਂ ਨੂੰ ਚਾਨਣ ਕਰਦੇ ਨੇ। ਇੱਕ ਦਿਨੇ ਕਰਦਾ, ਇੱਕ ਰਾਤ ਨੂੰ ਕਰਦਾ ਹੈ। ਇਹ ਸਾਰਿਆਂ ਵਾਸਤੇ ਜੋਤ ਦਾ, ਦੀਵੇ ਦਾ ਕੰਮ ਕਰਦੇ ਨੇ। ਜਿਵੇਂ ਤੁਸੀਂ ਸੋਲਾ ਸਾਹਿਬ ਵਿੱਚ ਵੀ ਪੜ੍ਹਦੇ ਹੋ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਪਰ ਇੱਥੇ ਗੁਰੂ ਨਾਨਕ ਸਾਹਿਬ ਇੱਕ ਮੈਸੇਜ ਦੇਣਾ ਚਾਹੁੰਦੇ ਨੇ। ਤੁਸੀਂ ਕੌਮ ਦੇ ਵਾਰਿਸ ਹੋ, ਮੈਂ ਤੁਹਾਡਾ ਅਦਨਾ ਜਿਹਾ ਚੌਂਕੀਦਾਰ ਹਾਂ। ਮੈਂ ਉਸ ਜੁਗਤ ਵੱਲ ਤੁਹਾਡਾ ਧਿਆਨ ਦਿਵਾਵਾਂ। ਉਹ ਜੁਗਤ ਕੀ ਹੈ? ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਰਵ ਸੂਰਜ ਸਸ ਚੰਦਰਮਾ ਦੀਪਕ ਜੋਤ ਸਬਾਈ। ਇਹ ਸਾਰਿਆਂ ਵਾਸਤੇ ਜੋਤ ਦਾ ਕੰਮ ਕਰਦੇ ਨੇ। ਆਪੇ ਕਰ ਵੇਖੈ ਵਡਿਆਈ, ਇਹ ਆਪ ਹੀ ਉਹਨੇ ਬਣਾਏ ਨੇ ਔਰ ਆਪ ਹੀ ਸਾਰਿਆਂ ਨੂੰ ਵਡਿਆਈ ਦਿੰਦਾ ਹੈ। ਇਹਨਾਂ ਵਿੱਚ ਵੀ ਉਹ ਆਪ ਹੀ ਵਰਤਦਾ ਹੈ। ਜੋਤ ਸਰੂਪ ਸਤਾ ਸੁਖ ਦਾਤਾ ਸੱਚੇ ਸ਼ੋਭਾ ਪਾਏਂਦਾ। ਇਹ ਜਿਹੜਾ ਜੋਤ ਸਰੂਪ ਹੈ ਇਹ ਉਹ ਆਪ ਹੈ ਔਰ ਉਹ ਸੁੱਖ ਵੀ ਦਿੰਦਾ ਹੈ। ਹੁਣ ਵੇਖੋ, ਰੂਹੇ ਜ਼ਮੀਨ ਦੇ ਉੱਤੇ ਸਾਡੇ ਬ੍ਰਹਿਮੰਡ ਵਿੱਚ ਜੇ ਕੋਈ ਸਭ ਤੋਂ ਸਾਡੇ ਨੇੜੇ ਹੈ ਤੇ ਉਹ ਸੂਰਜ ਹੈ। ਸਾਡਾ ਜਿਹੜਾ ਜੀਵਨ ਹੈ ਪ੍ਰੇਮੀਓ, ਜੇ ਵਾਹਿਗੁਰੂ ਤੋਂ ਬਾਅਦ 2 ਨੰਬਰ ਤੇ ਕਿਸੇ ਦੀ ਗੱਲ ਕਰੀਏ ਤੇ ਉਹ ਸੂਰਜ ਹੈ। ਇਹ ਇੱਕ ਹਕੀਕਤ ਹੈ, ਯੂਨੀਵਰਸਲ ਟਰੁੱਥ ਹੈ ਵੀ ਜੇ ਸੂਰਜ ਨਹੀਂ ਸਾਡਾ ਜੀਵਨ ਸੰਭਵ ਨਹੀਂਗਾ। ਬਹੁਤ ਜ਼ਿਆਦਾ ਸਰਦੀ ਪੈਣ ਲੱਗ ਪਏ, ਮਾਈਨਸ ਟੈਂਪਰੇਚਰ ਚਲਾ ਜਾਏ ਅੱਗੇ ਜਾ ਕੇ ਨਵੰਬਰ, ਦਸੰਬਰ, ਜਨਵਰੀ, ਫਰਵਰੀ 'ਚ, ਔਰ 10-15 ਦਿਨ ਬਾਅਦ ਸੂਰਜ ਨਿਕਲੇ ਤੇ ਨਿਊਜ਼ ਵਿੱਚ ਵੀ ਇਹੀ ਚੱਲਦਾ ਵੀ ਅੱਜ ਸੂਰਜ ਨਿਕਲਿਆ ਜੀ, ਅੱਜ ਸੂਰਜ ਨਿਕਲਿਆ, ਅੱਜ ਥੋੜੀ ਗਰਮਾਹਟ ਹੈ। ਸਾਡੇ ਤੁਹਾਡੇ ਸਰੀਰ ਦਾ ਜਿਹੜਾ ਤਾਪਮਾਨ ਹੈ, ਇੱਕ ਨੈਚੁਰਲ ਜਿਹੜਾ ਸੋਲਰ ਸਿਸਟਮ ਹੈ ਸਾਡੇ ਤੁਹਾਡੇ ਸਰੀਰ 'ਚ, ਉਹ ਸੂਰਜ ਨਾਲ ਰਿਲੇਟਡ ਹੈ, ਕਨੈਕਟਡ ਹੈ। ਖਿਮਾ ਕਰਨਾ, ਜੇ ਸੂਰਜ ਨਹੀਂ ਤੇ ਜ਼ਿੰਦਗੀ ਨਹੀਂ। ਸੂਰਜ ਕਰਕੇ, ਸੂਰਜ ਦੀ ਗਰਮੀ ਕਰਕੇ ਧਰਤੀ ਵਿੱਚੋਂ ਫਸਲਾਂ ਉਗਦੀਆਂ ਨੇ।
रुख उगते हैं, फल लगते हैं, सब्जियां होंदियां ने, फ्रूट हुंदा है, ड्राई फ्रूट हुंदा है। लिहाजा रब तो बाद जे कोई साडे सब तो नज़दीक है तो वह सूरज है। पर नाल सच्चे पातशाह ने भी बख्शिश की भी ये जिहड़ा सूरज है इसका भी एक सूरज है, ये जिहड़ा चंद्रमा है इस तो एक महान चंद्रमा है। ये सूरज ये चंद्रमा उस महान सूरज कोलों महान चंद्रमे कोलों रोशनी लैके जलाल लैके जमाल लैके और फिर इस पूरे ब्रह्मांड नूं साडा जिहड़ा सौर मंडल है, क्योंकि सूरज तो कई ने, पहलां तो असीं बाणी राहीं ये पढ़दे सां, अज साइंसदानां ने नंगी अख नाल सानूं दिखा दिता, कई चंद्रमे दिखा दिते, कई ग्रह दिखा दिते, कई उपग्रह दिखा दिते, कई सूरज दिखा दिते। लिहाजा कोई शंका नहीं रहा। साडा जिहड़ा सौर मंडल है, साडे सूरज का जो परिवार है, जिहदा हिस्सा पृथ्वी है, जिहदा हिस्सा चंद्रमा है, जिहदा हिस्सा बुध है, शनि है, जुपिटर आदि ने, ये सारा सूरज के असरे के उत्ते खड़ा होया है। सूरज नहीं तो कुछ भी नहीं। पर गुरमत ने सानू एक होर दस पाई भी ये सूरज भी किसी होर सूरज के अधीन है। उन्होंने कलगीधर पातशाह कहते ने नमो सूरज सूरजे नमो चंद्र चंद्रे। ए सूरजां दे महान सूरज, ए चंद्रमियां दे भी महान चंद्रमे, तेरे चरनां च मेरा नमस्तंग है, मेरा नमस्कार है। भाव वो सुप्रीम पावर अकाल पुरख वैगुरू ਉਹਦੇ ਕੋਲੋਂ ਇਹ ਉਦਾਰਾ ਲੈ ਕੇ ਵੰਡਦੇ ਨੇ। ਸੁਪਰੀਮ ਪਾਵਰ ਕੋਈ ਹੋਰ ਹੈ। ਹੁਣ ਇੱਕ ਸ਼ਬਦ ਗੁਰਬਾਣੀ ਵਿੱਚ ਇਸ ਸੰਦਰਭ ਵਿੱਚ ਬੜਾ ਟੁਕਵਾਂ ਹੈ। ਕਬੀਰ ਸਾਹਿਬ ਕਹਿੰਦੇ ਨੇ ਚੰਦ ਸੂਰਜ ਦੋਇ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰਹੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਪਾਸਾਰ ਹੀਰਾ ਦੇਖ ਹੀਰੇ ਕਰੋ ਆਦੇਸ਼ ਕਹੋ ਕਬੀਰ ਨਰੰਜਨ ਅਲੇਖ। ਇਹਨੂੰ मैं थोड़ा ਜਿਹਾ खोल ਦਿਆਂ। बिल्कुल संखेप ਜਿਹਾ शब्द है, दो पदियां ਦਾ, पर बड़े कमाल ਦਾ फलसफा उन्होंने बयान किया है। ਉੱਥੇ कदी कदी फिलासफर ਨੂੰ ਇਹ ਵੀ ਕਹਿੰਦੇ ਨੇ ਵੀ ਤੂੰ ਬੜੀਆਂ ਆਲ ਪਤਾਲ ਦੀਆਂ ਗੱਲਾਂ ਕਰਨਾ, ਮੈਨੂੰ ਦੱਸ ਜੇ ਜਿਹੜੇ ਆਕਾਸ਼ ਵਿੱਚ ਤਾਰੇ ਦਿਸ ਰਹੇ ਨੇ ਇਹ ਕਿਸ ਆਸਰੇ ਤੇ ਖੜੇ ਨੇ, ਨਾ ਇਹਨਾਂ ਦੇ ਹੇਠਾਂ ਪਿੱਲਰ ਨੇ, ਨਾ ਉੱਪਰੋਂ ਇਹਨਾਂ ਨੂੰ ਖਿੱਚਾਂ ਪਾਈਆਂ ਹੋਈਆਂ ਨੇ। ਓਏ ਜੋ ਦਿਸੈ ਅੰਬਰ ਤਾਰੇ, ਉਹ ਜਿਹੜੇ ਆਕਾਸ਼ ਵਿੱਚ ਤਾਰੇ ਨਜ਼ਰ ਆ ਰਹੇ ਨੇ, ਕਿਨ ਓਏ ਚੀਤੇ ਚੀਤਨ ਹਾਰੇ, वो केन बनाए ने केन टकाए ने। और पंडित लाजवाब हो गया। तो कबीर साहब कहने लगे मैं दसना किन्ने बनाए ने किन्ने टकाए ने। चंद सूरज दो जोत स्वरूप, चंद्रमा ते सूरज ये जोत का स्वरूप ने, ये निरंकार का बहरूनी नूर है। ज्योति अंतर ब्रह्म अनूप। पर तुसी ये भुल जाते हो कि इन्हां दी जिहड़ी ज्योति है वो ब्रह्म अनूप की ज्योति है। अनूप मैंने अनुपम, जिन्हों वंडरफुल तुसी कहते हो। ब्रह्म परमात्मा, ये रोशनी परमात्मा की है। इसलिए कहते ने कर रहे ज्ञानी ब्रह्म विचार, ज्ञानी ब्रह्म की विचार कर, प्राइमरी गल्लां ना करया कर, थोड़ियां जिहियां उच्चियां उडारियां भी मारिया कर रहे ज्ञानी ब्रह्म विचार ज्योति अंदर धरिया पासार। ये जिहड़ी जोत है सूरज चंद्रमे की, ये उन्हें अपना आप टिकाया होया है। जो अपना आप पिछा कर ले तो सूरज कुछ नहीं कर सकता। हुण तो साइंसदानां ने कह दिता है भी जिस सूरज के आधार पर असीं जी रहे हैं, बुढ़ा सूरज है, खत्म होने के करीब है। ये गल वक्री है भी अजे कई लख साल उहदी उम्र है, पर जिहड़ी उहदी कुल उम्र है उसकी जिहड़ी उम्र बची है वो महज 5-7% बची है, बाकी वो भोग चुका है। लिहाजा जदों नेस्तो नाबूत होगा ये सारा सौर मंडल जिहड़ा डिस्टर्ब हो जाएगा। और इस तरह के कई सौर मंडल अगे खत्म होए ने, फिर नवे सिरों बने ने, फिर खत्म होए ने, फिर बने ने, फिर बने ने, फिर मिटे ने, फिर बने ने, और कोई अंत ही नहीं गा। कोट ब्रह्मांड को ठाकुर स्वामी सर्व जियां का दाता रे, ऐसे ऐसे कई ब्रह्मांड ने। कर रहे ज्ञानी ब्रह्म विचार ज्योति अंदर धरिया पासार हीरा देख हीरे करो आदेश। किसी को कोई कोहिनूर हीरा दिखा दे, तुहानू पता ऐसे ऐसे हीरे ने जिन्होंने लैके वर्ल्ड वार हो गया। हीरे की 10 पाउंड फीस है इंग्लैंड दे विच। जे देखना म्यूजियम विच ते तुहानू टिकट लैनी पैगी
की करना जी, मैं कोहिनूर हीरा देखना है। वो कहते हैं इत्थे पौंड दिओ 10 टिकट लो फिर देखो। हीरा है, उंज नहीं देख सकते। और उन्होंने वेख के मनुख खिड़ जाता भी हा क्या बात है, कोहिनूर हीरा है। कबीर साहब पता की कहते, कहते हीरा देख, इस तरह के हीरे नूं वेख के हीरा करो आदेश। मैं उस परमात्मा हीरे नूं नमस्कार करना जिन्हें इस नूं इन्नी चमक दी है, इन्ना नूर दिता है, इन्ना हुसन दिता है। कहो कबीर निरंजन अलेख। सो सतगुरु गुरु नानक साहब सच्चे पातशाह रवसस दीपक जोत सबाई। हजूर कहते हैं ये सूरज चंद्रमा जिहड़ी जोत है सारिਆਂ ਨੂੰ ਜਿਹੜਾ दे रहा है, आपे कर वेखै वडियाई। और जोत स्वरूप सदा सुख दाता सच्चे शोभा पाएंदा। हुण इहदे च मैसेज की है, कादर और कुदरत इक्को सिक्के दे दो पहलू ने। जिस तरह फॉर एग्जाम्पल तुसी डॉलर ले लो, $1 है, डॉलर एक है, उहदे पहलू दो ने, पासे दो ने। इस तरह एक पासे कादर लिखिया होया है, दूसरे पासे कुदरत लिखिया होया है। इक्को सिक्के दे दो पहलू ने। बलिहारी कुदरत वसिया तेरा अंत ना जाई लखिया। हुण ध्यान देना मैसेज की है। हजूर मैसेज ये दे रहे हैं भी ये जिहड़ा सूरज है, जिहड़ा चंद्रमा है, जिहड़ा तेनू रोशनी देंदा है, तू बड़ा प्रभावित होना है, मुतसर होना है, इंप्रैस होना है, हो कोई गल नहीं। पर यह ना भुल भी ये किसी होर कोलों रोशनी लै रहे हैं, उहदा भी ख्याल कर। जिस तरह इंसान छोटियां छोटियां तस्वीरां बनाता है, इस तरह निरंकार ने भी तस्वीरां बनाईयां ने, क्योंकि वह बहुत वड्डा है, लिहाजा उहदियां तस्वीरां भी वड्डियां ने। बड़े वड्डे वड्डे सागर ने, सहारा वर्गे मारूथल ने, बड़े वड्डे वड्डे माउंट एवरेस्ट वर्गियां चोटियां ने, मैदानी इलाका बहुत वड्डा है, वादियां ने, बड़े चंद्रमे ने, सूरज है, बड़ा निज़ाम है। क्यों? क्योंकि चित्रकार बहुत वड्डा है, उहदे चित्र भी बहुत वड्डे ने। हुण तू की कर, तू तस्वीरां नूं देख के इंजॉय कर, पर तू तस्वीर नाल ना जोड़, चित्र नाल ना जोड़, चित्रकार नाल जोड़। तू मुसब्बर नाल जोड़, तस्वीर नाल नहीं। पेंटर नाल जोड़, पेंटिंग नाल नहीं। चचा रचत चित्र है भारी। निरंकार ने बड़े वड्डे वड्डे चित्र बनाए ने, तस्वीरां बनाईयां ने। उसे तस्वीर का हिस्सा चंद्रमा है, उसे तस्वीर का हिस्सा सूरज है, तारे ने, पृथ्वी है, पहाड़ ने, समुंदर है, रेगिस्तान है, सब उहदियां तस्वीरां ने। इक्को जिहियां सारियां तस्वीरां ते सोहणियां नहीं ना लगदियां, लिहाजा उन्हें जुदा जुदा बनाईयां ने, ताकि मनुख दियां अखां नूं नवीआं नवीआं चीज़ां वेखण दा मौका मिले। तू की कर, चचा चचे अखर तो उपदेश है। चचा रचत चित्र है भारी, तज चित्र है, तज त्याग दे, चित्र है तस्वीरां, चेतो चितकारी, चित्रकार दे नाल जुड़ जा। क्योंकि चित्र बचित्र यह है अवचेरा, तज चित्र है चित राख चतेरा। किते चित्रां विच ना उलझ जाई, किते ओदी किरत दे नाल ना जुड़ जाई, किरत नूं ना कादर समझ बैठी, तू सुप्रीम पावर नाल जुड़ना है। इस्लाम दे प्रसिद्ध प्रचारक डॉक्टर अल्लामा इकबाल साहब ते इथों तक कहिंदे ने, वो कहते ने, फिर उठी आखिर सदा तौहीद की पंजाब से, और हिंद को एक मर्द कामिल ने जगाया ख्वाब से। ये छोटा जिहा दो मिशरे ने शेर है, बड़ा भावपूरत है। सिखिज़म दे जिहड़े प्रिंसीपल ने मुढ़ले, ਉਹਦੇ ਵਿੱਚ ਉਹਨੇ एक शेर ਦੇ ਵਿੱਚ ਉਹਨੇ ਉਹਨਾਂ ਨੂੰ ਬੰਦ ਕਰ ਦਿੱਤਾ ਹੈ। फिर उठी आखिर सदा, ਅਸੀਂ ਤੇ सदा ਆਲਵੇਜ਼ ਨੂੰ ਕਹਿੰਦੇ ਆ ਨਾ, ਹਮੇਸ਼ਾ ਨੂੰ, ਪਰ सदा ਦੇ ਅਰਥ ਵਾਇਸ ਵੀ ਹੁੰਦੇ ਨੇ, ਆਵਾਜ਼, ਸਦ, ਸਮਨ, ਜਿਹਨੂੰ ਇੰਗਲਿਸ਼ ਸਮਨ ਕਹਿੰਦੇ ਹੋ, SUMMON।
ਸਮਨ ਕੀ ਹੈ? ਫਲਾਣੇ ਦੇ ਸਮਨ ਆਏ ਨੇ, ਮੀਨਸ ਜੁਡੀਸ਼ਲੀ ਨੇ ਉਹਨੂੰ ਸੱਦਿਆ। ਇਕਬਾਲ ਕਹਿੰਦਾ ਫਿਰ ਉੱਠੀ ਆਖਿਰ ਸਦਾ, ਇੱਕ ਸਦ ਉੱਠੀ, ਇੱਕ ਆਵਾਜ਼ ਆਈ। ਕਿੱਥੋਂ ਆਈ? कहने लगे पंजाब से। और हिंद को एक मर्द कामिल ने जगाया ख्वाब से। तौहीद की तौहीदवाद, तत्ते नूं कनोड़ा, हाहे नूं बिहारी, दद्दा तौहीद। इनू अपनी बोली च असीं कहीए एक ईश्वरवाद। एक ईश्वरवाद रूहे जमीन दे उत्ते जिस तरह गुरु नानक ने एक ईश्वरवाद की गल की, उस तरह किसी होर ने नहीं की। सनातन मत त्रिदेव की गल करता है, ब्रह्मा विष्णु ते महेश। मैनू कोई एतराज़ नहीं, उन्हों का धर्म है, प्रिंसीपल ने मनन, पर वो त्रिदेव की गल करते हैं। एक पैदा करता है, एक परवरिश करता है, एक संगार करता है। ब्रह्मा जी पैदा करते हैं, विष्णु जी परवरिश करते हैं, और महादेव जिन्हों शिवजी भी कहते हैं, कलगीधर पातशाह वो शिवजी कहण दे उत्ते ना कटाक्ष करते। वो कहते शिवजी ना इनू क्या करो। सारा सनातन मत शिवजी कहता है, सिख भी कहते हैं। महाराज कहते इनू क्यों शिवजी कहते हो, ये शिवजी नहीं है। तो महाराज ये फिर इनू की कहिए। साडे चो कंट्रोवर्सी तां खड़ी होई ना भी दे शिवा बर मोहे है, शुभ कर्मन ते कबहू ना टरो। ये शब्द नहीं पढ़ना, ये तो शिवा नू मुखातब है। पर यह भुल गए भी जदों महाराज ने सानू चौपाई समझाते ने, कहते महादेव को कहत सदा शिव। तुसी ते महादेव नू शिव कहते हो, तो मैं तो शिव कहना सुप्रीम पावर नू। शिव ते वो सुप्रीम पावर है, अकाल पुरख है। गुरबाणी विच शिव शक्ति का मेल, शिव परमात्मा शक्ति माया। असगा अस उसगा हर का बागरा नाचे पिंदी मैं सागरा, भगत नामदेव जी। असगा अस उसगा, इसदा ते उसदा, यानी माया दा ते परमात्मा दा जोड़ होया और सृष्टि रची गई। और मनुख इस तरह नचदा इहदे विच जिवें खूह दीआं टिंडां विच पानी नचदा। महाराज कहंदे महादेव को कहत सदा शिव, निरंकार का चीनत न पिव। निरंकार दा ते तुसी भेद समझदे ही नहीं, तुसी महादेव नूं शिव जी कही जांदे हो, ये ते शिव है नहीं। तो वो कहते ने भी ब्रह्मा पैदा करता है, विष्णु परवरिश करता है, तो महादेव संगार करता है। अच्छा, जेडे वैदिक मत ने, शामी मत ने, जिन्हां विच इस्लाम है, जिन्हां विच यहूदी ने और ईसाई ने, इन्हां तिन्नां नूं विद्वान जदों इकट्ठा कहिंदे ने ते इन्हां नूं शामी मत कह दिंदे ने। ब्रीफ विच वैदिक मत विच सनातन मत है, बौद्धिज्म है, जैन मत है, कुछ होर संप्रदावां आ जांदियां ने, और शामी मतां विच तीन वड्डियां कौमां आ जांदियां ने। ये तीन कौमां जिहड़ियां ने ये भी निरंकार दे पैरलर एक होर ताकत नूं मनदियां ने। एक तो कहंदे ने भी भगवान है और उहदे पैरलर शैतान है, वो मनुख नूं बुराई वल बदी वल प्रेरदा है। महाराज बाणी च कहंदे ने शैतान ते मनुख दा मन है, होर कोई शैतान नहीं गा। जदों गुरमत की गल आई तो महाराज ऐलानिया कहते ने एको है भाई एको है, साहिब मेरा एको है। भाई इत्थे ना तीन ने ना दो ने, इत्थे इको ही ताकत है और वो अकाल पुरख वैगुरू है। इस वास्ते सिख ने फिर उठी आखिर सदा, तौहीद की पंजाब से, और हिंद को एक मर्द कामिल ने जगाया ख्वाब से। हिंदुस्तान दे लोगां नूं एक कामिल मर्द ने किहड़े ख्वाब विचों जगाया? किरतम पूजा दे ख्वाब विचों। असीं वैगुरू दी किरतम, उहदी किरत नाल जुड़ गए। सप दी पूजा, पिपल दी पूजा, ख्वाजा पीर पानी दी पूजा। आ जिहड़े पानी की पूजा करते होंदे सां, उत्थे बन मार के नाले बिजली बन रही है, नाले घरां चों रोशनी। हुण की कर लैंदा ख्वाजा? किसी जमाने असीं डरे होए भी फ्लड आ जांदे ने, ये फसलां मार जांदा है, जीआं दा नुकसान करदा है, बई उत्थे जाके पूजा करो, परां हट जाएगा। ते परां तो उहने बन मारिया हटना, दीवे जगाया थोड़ा हटना।
ਇਹ ਕੀਰਤਨ ਪੂਜਾ ਸੀ। ਸਾਨੂੰ ਗੁਰੂ ਨਾਨਕ ਸਾਹਿਬ ਨੇ ਇਸ ਕੀਰਤਨ ਪੂਜਾ ਤੋਂ ਬਚਾ ਕੇ ਹਟਾ ਕੇ ਇੱਕ ਈਸ਼ਵਰਵਾਦ ਨਾਲ ਜੋੜਿਆ ਔਰ ਫੁਰਮਾਨ ਕੀਤਾ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਜਪੋ ਏਕੋ ਹੈ ਭਾਈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਬਹੁਤ ਧੰਨਵਾਦ ਸਾਧ ਸੰਗਤ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਨਤੀਆਂ ਵਿਚਾਰਾਂ ਕਰਦਿਆਂ ਭੁੱਲਾਂ ਗਲਤੀਆਂ ਲਈ ਖਿਮਾ ਦਾ ਜਾਚਕਾਂ। ਸੋ ਆਓ ਗੁਰੂ ਸਵਾਰਿਆਂ ਪਾਸੋਂ ਅਗਲਾ ਪ੍ਰੋਗਰਾਮ ਆਨੰਦ ਸਾਹਿਬ ਦਾ ਜਾਪ, ਅਰਦਾਸ, ਸ੍ਰੀ ਮੁੱਖ ਵਾਕ ਔਰ ਫਿਰ ਸਮਾਪਤੀ ਗੁਰੂ ਫਤਿਹ ਦੀ ਸਾਂਝ ਨਾਲ ਆਗਿਆ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।